ਸਤਿ ਸ਼੍ਰੀ ਅਕਾਲ ਦੋਸਤੋ। मैं डॉक्टर हरिंदर सिंह जीरा। ਮੈਨੂੰ ਜਾਣਨ ਵਾਲੇ ਸਾਰੇ ਦੋਸਤ ਤੁਸੀਂ ਜਾਣਦੇ ਹੋ ਕਿ ਆਪਾਂ ਖੇਤੀਬਾੜੀ ਦੇ ਵਿਸ਼ੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਹਰਬਲ ਐਗਰੀ ਕਲੀਨਿਕ ਦਾ ਨਾਮ ਤੁਸੀਂ ਜਾਣਦੇ ਹੋ। ਸੋ ਕੁਝ ਦੇਰ ਪਹਿਲਾਂ ਮੈਨੂੰ ਮਿਸਟਰ ਅਭਿਨਵ ਜੀ ਨੇ ਮੇਰੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਦੱਸਿਆ ਕਿ ਅਸੀਂ ਜੈਵਿਕ ਖਾਦ ਜਿਹੜੀ ਹੈ ਕਿਸਾਨਾਂ ਦੀ ਵਰਤੋਂ ਵਾਸਤੇ, ਖੇਤੀ ਦੇ ਵਿੱਚ ਵਰਤੋਂ ਦੇ ਵਾਸਤੇ ਅਸੀਂ ਆਰਕ ਬਾਇਓ ਖਾਦ ਦੇ ਨਾਮ 'ਤੇ ਇੱਕ ਜੈਵਿਕ ਖਾਦ ਤਿਆਰ ਕਰਦੇ ਹਾਂ। ਉਹ ਮੇਰੇ ਕੋਲ ਆਏ ਸੀ ਔਰ ਮੈਨੂੰ ਉਹਨਾਂ ਨੇ ਉਸ ਪ੍ਰੋਡਕਟ ਬਾਰੇ ਜਦੋਂ ਦੱਸਿਆ ਤੇ ਮੈਂ ਵਰਤਿਆ ਤੇ ਮੈਂ ਪਿਛਲੇ ਕੁਝ ਸਮੇਂ ਤੋਂ ਕੁਝ ਚੀਜ਼ਾਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਸਾਰੀਆਂ ਖੁਦ ਵਰਤ ਕੇ ਦੇਖੀਆਂ ਨੇ, ਮੈਂ ਵਰਤ ਰਿਹਾ ਹੁਣ ਵੀ। ਤਾਂ ਅੱਜ ਸਬੱਬ ਬਣਿਆ ਕਿ ਮੈਂ ਇਹ ਦੇਖਣ ਵਾਸਤੇ ਕਿ ਇੱਥੇ ਕਿਸ ਤਰ੍ਹਾਂ ਨਾਲ ਤਿਆਰ ਹੁੰਦਾ ਹੈ ਤੇ ਕੀ ਆਈਟਮ ਹੈ। ਤਾਂ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਆਇਓ ਅਤੇ ਦੇਖਿਓ ਅਤੇ ਅੱਜ ਮੌਕਾ ਮਿਲਿਆ ਅਤੇ ਮੈਂ ਸੋਚਿਆ ਕਿ ਕਿਉਂ ਨਾ ਇਹ ਗੱਲ ਸਾਰੀ ਜਿਹੜੀ ਹੈਗੀ ਹੈ ਮੈਂ ਆਪਣੇ ਕਿਸਾਨ ਸਾਥੀਆਂ ਦੇ ਨਾਲ ਅਤੇ ਸਾਰਿਆਂ ਦੇ ਨਾਲ ਸਾਂਝੀ ਕਰਾਂ। ਤਾਂ ਦੋਸਤੋ, ਅਸੀਂ ਸਾਰੇ ਜਾਣਦੇ ਹਾਂ ਕਿ ਬਹੁਤ ਸਾਰੇ ਸੁਲਝੇ ਕਿਸਾਨ ਖਾਸ ਤੌਰ 'ਤੇ ਇਹ ਗੱਲ ਜਾਣਦੇ ਨੇ ਕਿ ਰਸਾਇਣਿਕ ਖੇਤੀ ਦੇ ਉੱਤੇ ਸਾਡਾ ਹੱਥ ਟਿਕ ਗਿਆ, ਸਾਡੀ ਮਜਬੂਰੀ ਬਣ ਗਈ। ਅਸੀਂ ਲਗਾਤਾਰ ਰਸਾਇਣਿਕ ਖੇਤੀ ਜਿਹੜੀ ਹੈ, ਚਾਹੇ ਜ਼ਹਿਰਾਂ ਦੀ ਵਰਤੋਂ, ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ, ਰਸਾਇਣਿਕ ਖਾਦਾਂ ਦੀ ਵਰਤੋਂ, ਇਹ ਸਾਡੀ ਮਜਬੂਰੀ ਹੋ ਗਈ ਹੈ ਔਰ ਅਸੀਂ ਲਗਾਤਾਰ ਵਰਤ ਰਹੇ ਹਾਂ। ਨਾਲ ਸੁਲਝੇ ਅਤੇ ਸਿਆਣੇ ਕਿਸਾਨ ਮਾਹਰਾਂ ਦੀ ਰਾਏ ਦੇ ਨਾਲ, ਮਾਹਰ ਵੀ ਇਸ ਗੱਲ ਦੀ ਚਿੰਤਾ ਅਕਸਰ ਵਿਅਕਤ ਕਰਦੇ ਰਹਿੰਦੇ ਆ ਕਿ ਸਾਨੂੰ ਨਾਲ ਜਿਹੜਾ ਹੈਗਾ ਜੈਵਿਕ ਮਾਦਾ ਸਾਡੀ ਜ਼ਮੀਨ ਦਾ ਉਹ ਬਰਕਰਾਰ ਰੱਖਣਾ ਪਊਗਾ, ਨਹੀਂ ਤਾਂ ਇਕੱਲੀਆਂ ਰਸਾਇਣਿਕ ਖਾਦਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਲ, ਜੇ ਆਪਾਂ ਠੇਠ ਪੰਜਾਬੀ ਦੇ ਵਿੱਚ ਗੱਲ ਕਰੀਏ ਕਿ ਜਿਉਂਦੀ ਜ਼ਮੀਨ ਜਿਹੜੀ ਹੈਗੀ ਹੈ, ਜਿਹੜੀ ਜਿਉਂਦੀ ਜਾਗਦੀ ਜ਼ਮੀਨ, ਜਿਹਨੇ ਬੂਟੇ ਨੂੰ ਮਤਲਬ ਜਿਹਨੂੰ ਅਸੀਂ ਆਮ ਅਕਸਰ ਕਹਿੰਦੇ ਹਾਂ ਕਿ ਜ਼ਮੀਨ ਜਿਹੜੀ ਆ ਉਹ ਮਾਂ ਦਾ ਰੂਪ ਹੈ, ਪੌਦਿਆਂ ਦੇ ਲਈ ਮਾਂ ਦਾ ਰੂਪ ਹੈ, ਇਨਸਾਨਾਂ ਦੇ ਲਈ, ਜੀਵਾਂ ਦੇ ਲਈ ਇੱਕ ਮਾਂ ਦਾ ਰੂਪ ਹੈ। ਤਾਂ ਉਹ ਮਾਂ ਜਿਹੜੀ ਹੈ ਉਹ ਜਿਉਂਦੀ ਹੈ, ਜਾਗਦੀ ਹੈ, ਉਹਦੇ ਵਿੱਚ ਸੂਖਮ ਜੀਵ ਨੇ, ਸੂਖਮ ਤੱਤ ਨੇ, ਉਹਦੇ ਵਿੱਚ ਸਾਰੀ ਪ੍ਰਕਿਰਿਆ, ਪ੍ਰਕਿਰਤੀ ਦੀ ਸਾਰੀ ਪ੍ਰਕਿਰਿਆ ਇਸ ਦੇ ਵਿੱਚ ਮਤਲਬ ਹੋਂਦ ਦੇ ਵਿੱਚ ਆਉਂਦੀ ਹੈ। ਸੋ ਹਾਲਾਤ ਕੁਝ ਇਸ ਤਰ੍ਹਾਂ ਦੇ ਬਣੇ ਪਿਛਲੇ ਲੰਬੇ ਸਮੇਂ ਤੋਂ, ਮਨੁੱਖ ਦੀਆਂ ਲੋੜਾਂ ਦਾ ਕਰਕੇ, ਵੱਖ ਤਰ੍ਹਾਂ ਦੀ ਰਿਸਰਚ ਦਾ ਕਰਕੇ, ਸਾਇੰਸ ਦੀਆਂ ਕਾਢਾਂ ਦਾ ਕਰਕੇ, ਕਿ ਅਸੀਂ ਸੌਖੀ ਅਤੇ ਵਧੀਆ ਖੇਤੀ ਦੇ ਲਾਲਚ ਦੇ ਵਿੱਚ ਵੱਧਦੇ ਅਸੀਂ ਰਸਾਇਣਿਕ ਖੇਤੀ ਦੇ ਪੂਰੀ ਤਰ੍ਹਾਂ ਮਨੱਸਰ ਹੋ ਗਏ। ਪਰ ਹੁਣ ਕੁਝ ਸਮੇਂ ਤੋਂ ਸਾਨੂੰ ਇਸ ਗੱਲ ਦੀ ਲੋੜ ਮਹਿਸੂਸ ਹੋ ਰਹੀ ਹੈ, ਸੁਲਝੇ ਕਿਸਾਨਾਂ ਨੂੰ ਅਤੇ ਮਾਹਰਾਂ ਨੂੰ, ਸਭ ਨੂੰ ਇਹ ਗੱਲ ਲੋੜ ਮਹਿਸੂਸ ਹੋ ਰਹੀ ਹੈ ਕਿ ਅਗਰ ਅਸੀਂ ਰਸਾਇਣਿਕ ਖੇਤੀ ਦੇ ਉੱਪਰ ਬਿਲਕੁਲ ਇਸੇ ਤਰ੍ਹਾਂ ਹੀ 100% ਨਿਰਭਰ ਹੁੰਦੇ ਰਹਾਂਗੇ ਤਾਂ ਕਿਤੇ ਨਾ ਕਿਤੇ ਸਾਡੀਆਂ ਜ਼ਮੀਨਾਂ ਦੀ ਗੁਣਵੱਤਾ, ਜ਼ਮੀਨ ਦੀ ਉਪਜਾਊ ਸ਼ਕਤੀ ਉਹ ਸਾਡੇ ਨਾਲ ਲੰਬੇ ਸਮੇਂ ਤੱਕ ਨਹੀਂ ਨਿਭ ਸਕੇਗੀ। ਸੋ ਇਸੇ ਚਿੰਤਾ ਦੇ ਤਹਿਤ ਹੀ ਅਸੀਂ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੇ ਉਪਰਾਲੇ, ਜਿਸ ਤਰ੍ਹਾਂ ਹਰੀ ਖਾਦ ਦਾ ਵਾਹੁਣਾ, ਰੂੜੀ ਪਾਉਣਾ, ਇਹ ਸਾਡੀਆਂ ਟਰੈਡੀਸ਼ਨਲ ਪ੍ਰੈਕਟਿਸਸ, ਪੁਰਾਣੀਆਂ ਰਵਾਇਤੀ ਮਤਲਬ ਕਿਰਿਆਵਾਂ ਵੀ ਰਹੀਆਂ ਨੇ ਕਿ ਰੂੜੀ ਪਾਉਂਦੇ ਸੀ ਲੋਕ। ਹੁਣ ਕਿਤੇ ਨਾ ਕਿਤੇ ਸਮੇਂ ਦੀ ਘਾਟ ਅਤੇ ਪਸ਼ੂਆਂ ਦਾ, ਪਿੰਡਾਂ ਦੇ ਵਿੱਚ ਪਸ਼ੂਆਂ ਦਾ ਰੁਝਾਨ ਵੀ ਘਟਣ ਕਰਕੇ, ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਰਕੇ, ਖੇਤੀ ਬੜੀ ਤੇਜ਼ੀ ਵਾਲੀ ਹੋ ਗਈ ਹੈ, ਇਹਨਾਂ ਗੱਲਾਂ ਦਾ ਕਰਕੇ। ਸੋ ਹਰੀ ਖਾਦ ਦਾ ਕਿਤੇ ਨਾ ਕਿਤੇ ਕੁਝ ਕੁ % ਲੋਕ ਕਰਦੇ ਨੇ ਅਤੇ ਰੂੜੀ ਦੀ ਵਰਤੋਂ ਜਿਹੜੀ ਹੈ ਉਹ ਵੀ ਬਹੁਤ ਘਟ ਗਈ ਔਰ ਮੁਸ਼ਕਿਲ ਵੀ ਹੋ ਗਈ ਹੈ। ਔਰ ਇਸੇ ਲੜੀ ਦੇ ਤਹਿਤ ਬਾਜ਼ਾਰ ਦੇ ਵਿੱਚ ਅਕਸਰ ਬਹੁਤ ਸਾਰੇ ਕਿਸਾਨ ਇਸ ਗੱਲ ਨੂੰ ਜਾਣਦੇ ਨੇ, ਕਿਸਾਨ ਭਰਾ, ਕਿ ਜਦੋਂ ਵੀ ਉਹ ਬਾਜ਼ਾਰ ਦੇ ਵਿੱਚ ਜਾਂਦੇ ਨੇ ਅਤੇ ਬਾਜ਼ਾਰ ਦੀਆਂ ਹੱਟੀਆਂ ਜਿਹੜੀਆਂ ਉਹ ਵੀ ਬੜਾ ਉਹਨਾਂ ਨੂੰ ਥਾਂ ਦੇ ਉੱਪਰ, ਜੀ ਆਹ ਜੈਵਿਕ ਸਾਡੇ ਕੋਲੇ ਪ੍ਰੋਡਕਟ ਹੈਗਾ, ਆਹ ਜੈਵਿਕ ਖਾਦ ਆਈ ਵੀ ਹੈ, ਤੁਸੀਂ ਇਹ ਪਾ ਲਓ, ਤੁਸੀਂ ਇੱਦਾਂ ਦਾ ਪਾ ਲਓ, ਤੁਸੀਂ ਇੱਦਾਂ ਦਾ ਪਾ ਲਓ, ਅਜਿਹਾ ਕੁਛ ਬਹੁਤ ਵੇਖਣ ਨੂੰ ਮਿਲਦਾ ਹੈ। ਸੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਸ ਖੇਤਰ ਨਾਲ ਜੁੜੇ ਹੋਣ ਕਰਕੇ, ਇਸ ਖੇਤਰ ਦਾ ਤਜਰਬਾ ਰੱਖਦੇ ਹੋਣ ਕਰਕੇ, ਜਦੋਂ ਮੈਨੂੰ ਆਰਕ ਬਾਇਓ ਖਾਦ ਬਾਰੇ ਪਤਾ ਲੱਗਿਆ ਸੀ, ਅਭਿਨਵ ਜੀ ਨੇ ਦੱਸਿਆ ਸੀ, ਅਤੇ ਮੈਂ ਇਹਦੀ ਵਰਤੋਂ ਕੀਤੀ ਤਾਂ ਮੈਂ ਇਹਦਾ ਸੋਰਸ ਆਫ ਪ੍ਰੋਡਕਸ਼ਨ ਜਿਹੜਾ ਹੈਗਾ ਉਹਦੇ ਬਾਰੇ ਜਾਣਨ ਦੀ ਇੱਛਾ ਕੀਤੀ। ਤਾਂ ਇਹਨਾਂ ਨੇ ਕਿਹਾ ਜੀ ਇੱਥੇ ਆਓ। ਇੱਥੇ ਮੈਂ ਆ ਕੇ ਦੇਖਿਆ ਕਿ ਕਿਸ ਤਰ੍ਹਾਂ ਮਤਲਬ ਸ਼ੁਰੂਆਤੀ ਰੂਪ ਦੇ ਵਿੱਚ, ਮੁੱਢਲੇ ਰੂਪ ਦੇ ਵਿੱਚ ਜਿਹੜਾ ਹੈਗਾ ਪਿਓਰ ਪੱਕੀਆਂ ਫਰਸ਼ਾਂ ਦਾ ਜਿਹੜਾ ਗੋਬਰ ਹੈ, ਉਹਨਾਂ ਤੋਂ ਮਤਲਬ ਅੱਗੇ ਅਲੱਗ-ਅਲੱਗ ਪ੍ਰੋਡਕਟ ਜਿਹੜੇ ਹੈਗੇ ਉਹ ਵਧੀਆ ਪੁਖਤਾ ਤਰੀਕੇ ਦੇ ਨਾਲ ਔਰ ਇਸ ਓਰੀਐਂਟੇਸ਼ਨ ਦੇ ਨਾਲ ਕਿ ਇਸ ਸਾਡੇ ਪ੍ਰੋਡਕਟ ਜਿਹੜੇ ਹੈਗੇ ਉਹ ਰਿਜ਼ਲਟ ਦੇਣ। ਇਹ ਮੈਂ ਇੱਕ ਭਾਵਨਾ ਜਿਹੜੀ ਹੈ ਅੱਜ ਮੈਂ ਇਹਨਾਂ ਦੇ ਇਹ ਦੇਖੀ ਹੈ, ਕਿਉਂਕਿ ਇਹਨਾਂ ਨੇ ਜਿਹੜੇ ਪ੍ਰੋਡਕਟ ਤਿਆਰ ਕੀਤੇ ਨੇ
ਉਹਨਾਂ ਤੋਂ ਪਤਾ ਲੱਗ ਰਿਹਾ ਹੈ ਕਿ ਉਸ ਇੱਛਾ ਸ਼ਕਤੀ ਦੇ ਨਾਲ ਇਹਨਾਂ ਨੇ ਕੰਮ ਕੀਤਾ ਹੈ। ਇਸੇ ਕਰਕੇ ਹੀ ਸ਼ਾਇਦ ਜਗ੍ਹਾ ਜਗ੍ਹਾ ਦੇ ਉੱਪਰ ਇਹ ਰਿਜ਼ਲਟ ਦੇ ਰਹੇ ਨੇ। ਜਿਸ ਤਰੀਕੇ ਨਾਲ ਕਿ ਇਹਨਾਂ ਨੇ ਇੱਕ ਜਿਹੜਾ ਹੈਗਾ ਖੇਤ ਦੇ ਵਿੱਚ ਲਿਕੁਇਡ ਦਾ ਸਪਰੇਅ ਕਰਨ ਵਾਸਤੇ, ਜਿਸ ਤੋਂ ਪਹਿਲਾਂ ਸਾਡੀ ਸਾਰਿਆਂ ਤੋਂ ਪਹਿਲਾਂ ਆਪਸ ਵਿੱਚ ਜਾਣ ਪਛਾਣ ਉਸੇ ਗੱਲ ਤੋਂ ਹੋਈ ਸੀ ਕਿ ਖੇਤ ਦੇ ਵਿੱਚ ਇੱਕ ਲਿਕੁਇਡ ਜਿਹੜਾ ਹੈਗਾ ਲਿਕੁਇਡ ਫਾਰਮ ਦੇ ਵਿੱਚ ਜਿਹੜੀ ਰੂੜੀ ਹੈ, ਇਹ ਕਹਿ ਲਓ ਤੁਸੀਂ ਕਿ ਲਿਕੁਇਡ ਖਾਦ ਹੀ ਜਿਹੜੀ ਹੈ ਇੱਕ ਮਤਲਬ ਟੈਂਕਰ ਦੇ ਉੱਪਰ ਇੱਕ ਪ੍ਰੈਸ਼ਰ ਦਾ ਅਰੇਂਜਮੈਂਟ ਕੀਤਾ ਹੋਇਆ ਔਰ ਉੱਥੇ ਜਾ ਕੇ ਪਾਏ ਆਉਂਦੇ ਨੇ ਔਰ ਉਹ ਬੜੀ ਵੱਡੀ ਸੁਵਿਧਾ ਹੈ ਕਿਸਾਨ ਦੇ ਵਾਸਤੇ। ਅਸੀਂ ਉੱਥੇ ਕੁਝ ਏਰੀਏ ਦੇ ਵਿੱਚ ਪਵਾਈ, ਦੇਖਿਆ ਮੈਂ, ਤੇ ਉਹਦਾ ਵੀ ਬਹੁਤ ਅੱਛਾ ਰਿਜ਼ਲਟ ਜਿਹੜਾ ਹੈਗਾ ਔਰ ਬਹੁਤ ਅੱਛੀ ਪ੍ਰੈਕਟਿਸ ਹੈ। ਜਿੱਥੇ ਅਸੀਂ ਮਤਲਬ ਰੂਟੀਨ ਦੇ ਵਿੱਚ ਰੂੜੀ ਨਹੀਂ ਪਾ ਸਕਦੇ, ਬੜਾ ਮਹਿੰਗਾ ਵੀ ਪੈਂਦਾ ਹੈ ਤੇ ਬੜਾ ਮਤਲਬ ਕੋਸਟਲੀ ਵੀ ਹੈ। ਔਰ ਇੱਕ ਗੱਲ ਹੋਰ ਦੋਸਤੋ ਕਿ ਰੂੜੀ ਜਿਹੜੀ ਹੈ ਨਾ, ਰੂੜੀ ਕਿਸਾਨ ਦੇ ਵਾਸਤੇ ਰੂੜੀ ਪਹਿਲਾਂ ਪਾਉਣ ਤੋਂ ਪਹਿਲਾਂ ਤਿਆਰ ਕਰਨੀ ਹੈ ਜਿਹੜੀ, ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਪ੍ਰੈਕਟਿਸ ਹੈ। ਅਸੀਂ ਕੱਚੀ ਰੂੜੀ ਨੂੰ ਜੇ ਖੇਤਾਂ ਦੇ ਵਿੱਚ ਸੁੱਟ ਦਿੰਦੇ ਹਾਂ ਜਾਂ ਨਾ ਬਣੀ ਹੋਈ ਰੂੜੀ ਨੂੰ ਸੁੱਟ ਦਿੰਦੇ ਹਾਂ ਤਾਂ ਉਹਦਾ ਵੀ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ। ਸਾਡੇ ਕਿਸਾਨ ਭਰਾ ਪੁਰਾਣੇ ਪਹਿਲਾਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੋਕ ਇਹ ਗੱਲ ਜਾਣਦੇ ਨੇ ਕਿ ਗਲੀ ਸੜੀ ਰੂੜੀ, ਅਸੀਂ ਆਮ ਕਹਿੰਦੇ ਹੁੰਦੇ ਸੀ, ਸਾਡੇ ਪਿੰਡਾਂ ਦੇ ਵਿੱਚ ਇਹ ਗੱਲ ਚੱਲਦੀ ਸੀ ਕਿ ਗਲੀ ਸੜੀ ਰੂੜੀ। ਗਲੀ ਸੜੀ ਰੂੜੀ ਦਾ ਭਾਵ ਕਿ ਜਦੋਂ ਮੈਟਰ ਜਿਹੜਾ ਹੈਗਾ ਡੀਕੰਪੋਜ਼ ਹੋ ਚੁੱਕਿਆ ਹੋਵੇ। ਸੋ ਇੱਥੇ ਇਹਨਾਂ ਦਾ ਡੀਕੰਪੋਜੀਸ਼ਨ ਪ੍ਰੋਸੈਸ, ਫਰਮੈਂਟੇਸ਼ਨ ਪ੍ਰੋਸੈਸ, ਉਹ ਸਾਰੇ ਨੂੰ ਦੇਖ ਕੇ ਮੈਂ ਕਾਫੀ ਹੈਰਾਨ ਹੋਇਆ। ਬਹੁਤ ਵਧੀਆ ਇਹਨਾਂ ਦੀ ਜਿਹੜੀ ਹੈਗੀ ਹੈ ਇੱਕ ਆਹ ਜਿਹੜੀ ਹੈ ਜਿਸ ਤਰ੍ਹਾਂ ਵਰਮੀ ਕੰਪੋਸਟ ਤਿਆਰ ਕੀਤੀ ਜਾਂਦੀ ਹੈ, ਉਸ ਤੋਂ ਵਰਮੀ ਕੰਪੋਸਟ ਤੋਂ ਵੀ ਫਾਈਨ ਔਰ ਬਹੁਤ ਵਧੀਆ ਮਤਲਬ ਰੂਪ ਦੇ ਵਿੱਚ, ਜਿਹਦੀ ਮੈਂ ਵਰਤੋਂ ਆਪਣੇ ਗਮਲਿਆਂ ਦੇ ਵਿੱਚ, ਆਪਣੀਆਂ ਨਰਸਰੀਜ਼ ਦੇ ਵਿੱਚ, ਪਨੀਰੀਆਂ ਦੇ ਵਿੱਚ ਉੱਥੇ ਕਰਦਾ। ਔਰ ਇਹ ਫੋਲੀਅਰ ਸਪਰੇਅ ਦੇ ਵਾਸਤੇ ਜਿਹੜਾ ਇਹਨਾਂ ਨੇ ਪ੍ਰੋਡਕਟ ਤਿਆਰ ਕੀਤਾ ਆਰਕ ਬਾਇਓ ਖਾਦ ਦੇ ਨਾਮ ਤੇ ਇਹਦਾ ਮਤਲਬ ਇਹਦੇ ਵਿੱਚ ਜਿੱਥੇ ਸੂਖਮ ਜੀਵਾਂ ਦੀ ਮਾਤਰਾ ਅੱਛੇ ਤਰੀਕੇ ਦੇ ਨਾਲ ਹੈ ਔਰ ਸਹੀ ਮਤਲਬ ਐਗਜਸਟ ਕਰਦੇ ਨੇ। ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਉਹ ਇਹ ਆਉਂਦੀ ਹੈ ਕਿ ਜਿਹੜੇ ਉਹਨਾਂ ਦੇ ਕੈਰੀਅਰਸ ਨੇ, ਜਿਹੜੇ ਬਾਜ਼ਾਰਾਂ ਦੇ ਵਿੱਚ ਪ੍ਰੋਡਕਟ ਹੈ, ਉਹਨਾਂ ਦੇ ਵਿੱਚ ਜਿਹੜੇ ਜਿਵੇਂ ਟ੍ਰਾਈਕੋਡਰਮਾ ਦਾ ਜਿਹੜਾ ਕੈਰੀਅਰ ਹੈ, ਕੀ ਉਹ ਟ੍ਰਾਈਕੋਡਰਮਾ ਦਾ ਕੈਰੀਅਰ ਸਾਡੇ ਕੋਲੇ ਟ੍ਰਾਈਕੋਡਰਮਾ ਲੈ ਕੇ ਪਹੁੰਚਦਾ? ਠੀਕ ਹੈ ਨਾ, ਕਿ ਮਾਈਕਰੋਬੀਅਲ ਜਿਹੜੇ ਹੈਗੇ ਨੇ ਮਤਲਬ ਸਪੋਰਸ, ਉਹ ਉਸ ਕੈਰੀਅਰ ਦੇ ਵਿੱਚ ਸਾਡੇ ਕੋਲੇ ਪਹੁੰਚਦੇ ਨੇ ਸਹੀ ਫਾਰਮ ਦੇ ਵਿੱਚ, ਫੇਰ ਹੀ ਤਾਂ ਰਿਜ਼ਲਟ ਆਏਗਾ ਨਾ। ਸੋ ਇਹ ਮਤਲਬ ਜਿਹੜਾ ਕੈਰੀਅਰ ਜਿਸ ਰੂਪ ਦੇ ਵਿੱਚ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਬਣਾਇਆ ਹੈ ਔਰ ਜਿਸ ਤਰੀਕੇ ਨਾਲ ਮੈਂ ਇਹਦੇ ਰਿਜ਼ਲਟ ਦੇਖੇ ਨੇ, ਤਾਂ ਇੱਕ ਬਹੁਤ ਵਧੀਆ ਮਤਲਬ ਪ੍ਰੋਡਕਟ ਹੈ ਔਰ ਬਹੁਤ ਇਹਦੀ ਲੋੜ ਵੀ ਸੀ, ਜ਼ਰੂਰਤ ਸੀ। ਇੱਕ ਉਹ ਮਤਲਬ ਘਾਟ ਸਾਡੀ ਜਿਹੜੀ ਹੈ ਦੂਰ ਹੋਏਗੀ, ਜਿਹਦੇ ਨਾਲ ਕਿ ਕਿਸਾਨ ਦਾ ਇੱਕ ਵਿਸ਼ਵਾਸ ਬਣਿਆ ਪਿਆ ਸੀਗਾ ਕਿ ਸ਼ਾਇਦ ਕੈਮੀਕਲ ਤੋਂ ਬਿਨਾਂ, ਚਾਹੇ ਉਹ ਰਸਾਇਣਕ ਦਵਾਈਆਂ ਹੋਣ, ਚਾਹੇ ਰਸਾਇਣਕ ਖਾਦਾਂ ਹੋਣ, ਉਹਦੇ ਤੋਂ ਬਿਨਾਂ ਤਾਂ ਸ਼ਾਇਦ ਕੋਈ ਹੱਲ ਹੀ ਨਹੀਂ ਹੈ। ਪਰ ਨਹੀਂ ਦੋਸਤੋ, ਜੇਕਰ ਜੈਵਿਕ ਪ੍ਰੋਡਕਟ ਜਿਹੜੇ ਹੈਗੇ ਆ, ਜੇ ਉਹ ਸ਼ਿੱਦਤ ਦੇ ਨਾਲ, ਅੱਛੀ ਭਾਵਨਾ ਦੇ ਨਾਲ ਬਣਾਏ ਹੋਏ ਔਰ ਜੇ ਉਹ ਮਤਲਬ ਉਹਦੇ ਉੱਤੇ ਕੰਮ ਹੋ ਰਿਹਾ ਹੈ ਤਾਂ ਉਹ ਜ਼ਰੂਰ ਸਾਨੂੰ ਨਤੀਜਾ ਦੇਣਗੇ। ਦਿੱਤਾ ਮੈਂ ਦੇਖਿਆ। ਔਰ ਇਹਦੇ ਨਾਲ ਜਿਹੜਾ ਕੈਮੀਕਲ ਦੀ ਵਰਤੋਂ ਆ, ਤਾਂ ਕੈਮੀਕਲ ਦੀ ਵਰਤੋਂ ਤੁਸੀਂ 100% ਤੱਕ ਤਾਂ ਵੀ ਖਤਮ ਕਰ ਸਕਦੇ ਹੋ, ਪਰ ਸ਼ੁਰੂ ਕਰਨ ਵਾਸਤੇ ਤੁਸੀਂ ਜਿਹੜਾ ਹੈਗਾ 50% ਕੈਮੀਕਲ ਦੀ ਵਰਤੋਂ ਜਿਹੜੀ ਹੈ, ਚਾਹੇ ਉਹ ਕੈਮੀਕਲ ਖਾਦ ਹੈ, ਚਾਹੇ ਕੈਮੀਕਲ ਜ਼ਹਿਰਾਂ ਨੇ, 50% ਤਾਂ ਤੁਸੀਂ ਨਾਲੋਂ ਨਾਲ ਹੀ ਘਟਾ ਸਕਦੇ ਹੋ। ਔਰ ਅਗਲੀ ਇੱਕ ਅੱਧੀ ਫਸਲ ਦੇ ਵਿੱਚ, ਇੱਕ ਜਾਂ ਦੋ ਫਸਲਾਂ ਦੇ ਵਿੱਚ ਤੁਸੀਂ 80-70-80% ਤੱਕ ਜਿਹੜਾ ਹੈਗਾ ਕੈਮੀਕਲਸ ਦੀ ਵਰਤੋਂ ਨੂੰ ਘਟਾ ਸਕਦੇ ਹੋ, ਖਤਮ ਦੇ ਨੇੜੇ ਤੇੜੇ ਜਾ ਸਕਦੇ ਹੋ। ਪਰ ਜੇਕਰ ਤੁਸੀਂ ਕਮਰਸ਼ੀਅਲ ਖੇਤੀ ਕਰਨੀ ਹੈ ਤਾਂ ਤੁਹਾਨੂੰ ਕੈਮੀਕਲ ਦੀ ਕੁਛ ਹੱਦ ਤੱਕ ਵਰਤੋਂ ਕਰਨੀ ਜਿਹੜੀ ਹੈਗੀ ਆ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਔਰ ਤੁਸੀਂ ਰੂਟੀਨ ਦੇ ਵਿੱਚ ਕਰਦੇ ਵੀ ਰਹੋਗੇ। ਪਰ ਜੇ ਕਿਸੇ ਨੇ ਆਰਗੈਨਿਕ ਖੇਤੀ ਕਰਨੀ ਹੈ, ਜੈਵਿਕ ਪ੍ਰੋਡਕਟ ਆਪਦੇ ਵੇਚਣੇ ਹੈ, ਸਬਜ਼ੀਆਂ ਤਿਆਰ ਕਰਨੀਆਂ, ਕੋਈ ਕਣਕ ਤਿਆਰ ਕਰਨੀ ਹੈ ਜਾਂ ਕੋਈ ਫਰੂਟ ਤਿਆਰ ਕਰਨਾ ਹੈ, ਤਾਂ ਮੈਂ ਸਮਝਦਾ ਕਿ ਉਹਦਾ ਵੀ ਸਭ ਤੋਂ ਸਹੀ ਸਮਾਧਾਨ ਜਿਹੜਾ ਹੈਗਾ, ਜਿਹੜਾ ਸਹੀ ਰੂਪ ਦੇ ਵਿੱਚ, ਕਿਉਂਕਿ ਇਕੱਲੀ ਅਸੀਂ ਇੱਕ ਘਰ ਦੀ ਰੂੜੀ ਪਾ ਕੇ ਜਾਂ ਕੁਛ ਪਾ ਕੇ, ਬਹੁਤ ਕਿਸਾਨਾਂ ਦਾ ਮੈਂ ਦੇਖਿਆ, ਮੇਰੇ ਕੋਲੇ ਹਰ ਰੋਜ਼ ਕਾਫੀ ਕਿਸਾਨ ਇਹ ਗੱਲ ਪੁੱਛਦੇ ਰਹਿੰਦੇ ਨੇ ਕਿ ਜੀ ਰੂੜੀ ਪਾ ਕੇ ਕਣਕ ਬੀਜ ਦਈਏ ਕਿੱਲਾ ਤੇ ਉਹਦੇ ਨਾਲ ਤਾਂ ਫਿਰ ਠੀਕ ਰਹੂਗਾ। ਸੋ ਇਹਨਾਂ ਸਾਰੀਆਂ ਗੱਲਾਂ ਦੀ ਇੱਕ ਲੰਮੀ ਡਿਟੇਲ ਹੈ, ਲੰਬੇ ਮਤਲਬ ਹੱਲ ਨੇ ਇਹਨਾਂ ਗੱਲਾਂ ਦੇ, ਉਹ ਚਲੋ ਆਪਾਂ ਗਾਹੇ ਬਗਾਹੇ ਕਿਤੇ ਕਰਦੇ ਰਹਾਂਗੇ। ਪਰ ਮੈਂ ਇਹ ਸਮਝਦਾ ਕਿ ਜੇਕਰ ਇਸ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਹੈਗੇ ਆ ਉਹ ਸਾਨੂੰ ਮਿਲਦੇ ਨੇ ਤਾਂ ਕਿਸਾਨ ਦੇ ਵਾਸਤੇ ਦੋ ਗੱਲਾਂ ਦੇ ਵਾਸਤੇ ਬਹੁਤ ਵਧੀਆ ਹੱਲ ਮੈਂ ਸਮਝਦਾ। ਮੇਰਾ ਵੀ ਜਿਹੜਾ ਇਹਨਾਂ ਨੇ ਦੋ ਸਵਾਲਾਂ ਦਾ ਜਿਹੜਾ ਹੱਲ ਕੀਤਾ, ਇੱਕ ਤਾਂ ਇਹ ਕਿ ਜੇਕਰ ਮੈਂ ਪੂਰੀ ਤਰ੍ਹਾਂ ਜੈਵਿਕ ਖੇਤੀ ਦੇ ਵਿੱਚ ਜਾਣਾ ਤਾਂ ਵੀ ਇਹ ਮਤਲਬ ਮੇਰੀ 60-70% ਤੋਂ ਲੈ ਕੇ 90% ਤੱਕ ਇੱਥੋਂ ਰਿਕੁਆਇਰਮੈਂਟ ਜਿਹੜੀ ਹੈ ਮੇਰੀ ਪੂਰੀ ਹੋ ਸਕਦੀ ਹੈ। ਅਤੇ ਜੇਕਰ ਮੈਂ ਪਿਓਰਲੀ ਜੈਵਿਕ ਖੇਤੀ ਦੇ ਵਿੱਚ ਨਹੀਂ ਵੀ ਜਾਣਾ,
मैं रूटीन की खेती करनी है, ਤਾਂ भी मेरे कैमिकल की वरतों जी हैगी वो मेरे वास्ते दो समस्यावां वड्डियां खड़ियां कर रही है। एक तो मेरी जमीन का खात्मा हो रहा है और दूसरा मैं उन्होंने ਜ਼ਹਿਰਾਂ की इन्नी ਵੱਧ मात्रा ਦੇ ਵਿੱਚ ਵਰਤ ਕੇ ਤਾਂ फिर बार-बार ਮੈਨੂੰ सुनने ਨੂੰ मिलता है कि किसान ਇੰਨੀਆਂ ਜ਼ਹਿਰਾਂ ਵਰਤ ਰਹੇ है जी, सब्जियां ਦੇ ਵਿੱਚ ਜ਼ਹਿਰਾਂ आ रही जी, बीमारियां पै रही ने जी, और है भी है, ये कोई शक नहीं। कई बार तो साडे देश दीयां मतलब कणक झोना बासमती वगैरह बाहरले देशों के विचों मतलब इस गल करके रिजेक्ट हुई है। पिछले दिनों के विच डिपार्टमेंट ने कई तरह के कैमिकल ਜ਼ਹਿਰ बैन किए है कि इन्हां दी वरतों ना करो भाई, इसका मतलब जिहड़ा हैगा सीधे तौर पर चावल दे विच आ रहा है। सो ये सारे चैलेंज साडे सामने एक मूँह अड्डी खड़े सी और मैं समझदा कि ये एफर्ट्स जिहड़ियां हैगियां ये इदां दीयां क्रियावां इदां दीयां गतिविधियां चाहे कोई बिजनेस वास्ते ही कर रहा है, पर ये फिर भी पूरी जमीन नूं जिउंदिआं रखण दी एक प्रक्रिया होएगी। इन्हां दी अगे वरतों किसान ने करनी है, अपनी सूझबूझ दे नाल करो, अपने ढंग तरीके दे नाल करो, पर जमीन नूं जिउंदिआं रखण वास्ते जिहड़ा हैगा ये प्रोडक्ट जिहड़ा इन्हां ने बनाया ये बहुत बेहतर है। सानूं इहदी वरतों दे नाल असीं धरती माँ दे नाल जिहड़ा हैगा वो आप दा प्यार जिहड़ा सदियां तो किसान दा ते धरती दा जिहड़ा संबंध बनिया होया वो किते ऐसा ना होवे कि वो असीं कैमिकलां दी वजह दे नाल धरती माँ का तो किसान का जिहड़ा पवित्र रिश्ता है वो साडा दूरी दे विच ना बदल जाए। इस करके अजिहियां जिहड़ियां एफर्ट्स जिहड़ियां हैगियां मैं समझदा कि साडे किसान दे ते धरती माँ के पवित्र रिश्ते नूं ओह कायम करन वास्ते सानूं एक मतलब एक कड़ी का काम करनगियां। इन्हां दी वरतों करो अपनी लोड़ अनुसार, अपनी सूझबूझ अनुसार, और जेकर किते भी इन्हां दी वरतों करदिआं कोई मेरे तजर्बे के मुताबिक या किसी तरह की मेरी किसी राय की मेरी सलाह मशवरे की जरूरत हो तो मैं अपना नंबर ये दे देंगा। मैं इसकी वरतों कर रहा। सो जिन्होंने किसानों ने भी ये वरतों करनी हो, चाहे वह जैविक खेती करन या ना करन, मैं समझदा कि हर किसान के वास्ते ये जरूरी है। वो किन्नी ते किवें जरूरी है ये वास्ते अगे गल की जा सकती है। बहुत धन्यवाद, मेहरबानी।